ਫਲਸਤੀਨ ਤੇ ਇਸਰਾਈਲ ਦੀ ਜੰਗ ਨੂੰ ਲੱਗੇ ਅੱਜ ਕਮ ਅਜ਼ ਕਮ 50 ਸਾਲ ਤੋਂ ਤਾਂ ਟਾਈਮ ਹੋ ਗਿਆ। 50 ਸਾਲਾਂ ਤੋਂ ਇਸਰਾਈਲੀ ਫਲਸਤੀਨੀਆਂ ਤੇ ਜ਼ੁਲਮ ਕਰ ਰਹੇ ਨੇ। ਪੂਰੀ ਦੁਨੀਆ ਤੇ ਬੜੇ ਜਲੂਸ ਹੋਏ ਨੇ, ਬੜੇ ਇਤਜਾਜ ਹੋਏ ਨੇ ਕਿ ਇਹ ਜ਼ੁਲਮ ਹੈ, ਇਹ ਜ਼ਿਆਦਤੀ ਹੈ। ਪਰ ਇਸਰਾਈਲੀਆਂ ਨੂੰ ਕੋਈ ਫਰਕ ਨਹੀਂ ਪਾਉਂਦਾ, ਨਾ ਉਹਨਾਂ ਨੂੰ ਤਰਸ ਆਉਂਦਾ ਉਹਨਾਂ ਬੱਚਿਆਂ ਤੇ, ਉਹਨਾਂ ਮਜ਼ਲੂਮਾਂ ਤੇ। ਉਹਨਾਂ ਨੂੰ ਕਿਉਂ ਤਰਸ ਨਹੀਂ ਆਉਂਦਾ? ਇਹਦੀ ਕੀ ਵਜ੍ਹਾ? ਕਿਉਂ ਉਹਨਾਂ ਤੇ ਤਰਸ ਨਹੀਂ ਖਾਂਦੇ, ਜੰਗ ਨਹੀਂ ਰੋਕਦੇ? ਇਹਦੀ ਬਹੁਤ ਵੱਡੀ ਵਜ੍ਹਾ ਹੈ ਜਿਹੜੀ ਮੈਂ ਤੁਹਾਨੂੰ ਦੱਸਣੀ ਹੈ। ਗੱਲ ਬੜੀ ਧਿਆਨ ਨਾਲ ਗੌਰ ਨਾਲ ਸੁਣਨੀ ਹੈ, ਕਿਉਂਕਿ ਗੱਲ ਆਈ ਮੈਂ ਤੁਹਾਨੂੰ ਬੜੀ ਬਰੀਕੀ ਵਾਲੀ ਦੱਸੂ। ਯਹੂਦੀਆਂ ਦੀ ਇੱਕ ਮਜ਼ਹਬੀ ਕਿਤਾਬ ਹੈ ਜਿਸ ਦਾ ਨਾਂ ਹੈ ਤਾਲਮੂਦ। ਤਾਲਮੂਦ ਦੁਨੀਆ ਦੀ ਸਭ ਤੋਂ ਅਜੀਬ, ਗਰੀਬ ਤੇ ਬੜੀ ਅਨੋਖੀ ਤੇ ਬੜੀ ਗਹਿਰਾਈ ਵਾਲੀ ਕਿਤਾਬ ਹੈ। ਤਾਲਮੂਦ ਤੌਰਾਤ ਤੋਂ ਬਾਅਦ ਉਹਨਾਂ ਵਾਸਤੇ ਤਾਲਮੂਦ ਹੀ ਹੈ ਜੋ ਕੁਝ ਹੈ। ਤਾਲਮੂਦ ਦੇ ਵਿੱਚ ਉਹਨਾਂ ਦੀ ਸ਼ਰੀਅਤ, ਉਹਨਾਂ ਦੇ ਕਾਨੂੰਨ, ਹਰ ਚੀਜ਼ ਲਿਖੀ ਹੈ। ਤਾਲਮੂਦ ਵਿੱਚ ਲਿਖਿਆ ਹੈ ਕਿ ਯਹੂਦੀ ਦੁਨੀਆ ਦੀ ਅਫਜ਼ਲ ਤਰੀਨ ਕੌਮ ਹੈ। ਯਹੂਦੀਆਂ ਦੇ ਸਾਹਮਣੇ ਦੂਜੇ ਇਨਸਾਨ ਹਵਾਨ ਨੇ। ਉਹਨਾਂ ਦਾ ਖੂਨ ਚੂਸਣਾ, ਉਹਨਾਂ ਕੋਲੋਂ ਕੰਮ ਲੈਣਾ, ਉਹਨਾਂ ਨੂੰ ਧੋਖੇਬਾਜ਼ੀ ਕਰਨੀ, ਉਹਨਾਂ ਨੂੰ ਲੁੱਟ ਲੈਣਾ, ਇਹ ਉਹਨਾਂ ਯਹੂਦੀਆਂ ਵਾਸਤੇ ਹਲਾਲ ਹੈ। ਤੇ ਯਹੂਦੀ ਇਸ ਅਕੀਦੇ ਤੇ ਬੜੇ ਪੱਕੇ ਨੇ। ਜਿਵੇਂ ਸਾਡੇ ਵਾਸਤੇ ਜਾਨਵਰ ਨੇ ਨਾ, ਜਿਵੇਂ ਅਸੀਂ ਖੋਤੇ ਕੋਲੋਂ ਕੰਮ ਲੈਂਦੇ ਆ, ਘੋੜੇ ਨੂੰ ਟਾਂਗੇ ਦੇ ਸਾਹਮਣੇ ਜੋ ਲੈਂਦੇ ਆ, ਮੱਝਾਂ ਤੇ ਗਾਵਾਂ ਨੂੰ ਪੱਠੇ ਪਾ ਕੇ ਚੋ ਲੈਂਦੇ ਆ, ਬਿਲਕੁਲ ਇਸੇ ਤਰ੍ਹਾਂ ਯਹੂਦੀ ਦੂਜੀ ਦੁਨੀਆ ਨੂੰ ਨਾ ਇੰਜੇ ਬਿਲਕੁਲ ਧਿਆਨੇ ਲਾਏ ਤੇ ਉਹਨਾਂ ਨੂੰ ਚਾਹੁੰਦੇ ਨੇ ਪੈ। ਤੇ ਇਸ ਤੇ ਉਹਨਾਂ ਦਾ ਅਕੀਦਾ ਜਿਹੜਾ ਨਹੀਂ, ਇਸ ਅਕੀਦੇ ਤੇ ਉਹ ਬੜੇ ਪੱਕੇ ਨੇ ਤੇ ਇਹ ਉਹ ਕਰ ਵੀ ਰਹੇ ਨੇ ਬੜੇ ਸਾਲਾਂ ਤੋਂ। ਬਿਜ਼ਨਸ ਦੇ ਮਾਮਲੇ ਵਿੱਚ ਯਹੂਦੀ ਸਭ ਤੋਂ ਉੱਤੇ ਨੇ। ਮੁਲਕਾਂ ਦੀਆਂ ਇਕੋਨਮੀਆਂ ਉਹਨਾਂ ਦੇ ਕੰਟਰੋਲ 'ਚ ਨੇ, ਗੌਰਮੈਂਟਾਂ ਨੂੰ ਕੰਟਰੋਲ ਕਰਦੇ ਨੇ, ਬੈਂਕਿੰਗ ਨਿਜ਼ਾਮ ਸਾਰਾ ਉਹਨਾਂ ਦੇ ਕੰਟਰੋਲ 'ਚ ਹੋਏ। ਆ ਬੋਲੀਵੁੱਡ, ਹਾਲੀਵੁੱਡ, ਗਾਣੇ ਸ਼ਾਣੇ, ਫਿਲਮਾਂ ਸਭ ਉਹਨਾਂ ਦੇ ਕੰਟਰੋਲ। ਉਸ ਤੋਂ ਬਾਅਦ ਸੋਸ਼ਲ ਮੀਡੀਆ, ਸਭ ਤੋਂ ਵੱਡੀ ਚੀਜ਼ ਸੋਸ਼ਲ ਮੀਡੀਆ ਸਾਰਾ ਉਹਨਾਂ ਦੇ ਕੰਟਰੋਲ ਵਿੱਚ। ਉਹਨਾਂ ਪੂਰੀ ਦੁਨੀਆ ਨੂੰ ਧਿਆਨੇ ਲਾਏ, ਧਿਆਨੇ ਲਾ ਕੇ ਮੇਨ ਚੀਜ਼ਾਂ ਉੱਤੇ ਉਹ ਆਪ ਬੈਠੇ ਨੇ, ਉਹਨਾਂ ਦਾ ਕੰਟਰੋਲ ਹੈ। ਉਹ ਇਤਨੇ ਬਰੀਕ ਨੇ ਇਸ ਅਕੀਦੇ ਤੇ, ਉਹ 24 ਘੰਟੇ ਕਾਮਜ਼ਾਨ ਨੇ। ਬੜਿਆਂ ਸਾਲਾਂ ਤੋਂ ਇਸ ਅਕੀਦੇ ਤੇ ਉਹ ਕੰਮ ਕਰ ਰਹੇ ਨੇ। ਤਾਲਮੂਦ ਬੜੀ ਗਹਿਰਾਈ ਵਾਲੀ ਕਿਤਾਬ ਹੈ ਤੇ ਹੋਰ ਹੀ ਬੜੀਆਂ ਗਹਿਰਾਈ ਵਾਲੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਕਿਸੇ ਹੋਰ ਹੀ ਵੀਡੀਓ ਵਿੱਚ ਦੱਸਾਂ ਦਾ। ਪਰ ਇਹਦਾ ਹੱਲ ਕੀ ਹੈ? ਫਲਸਤੀਨ ਤੇ ਇਸਰਾਈਲ ਦੀ ਜੰਗ ਨੂੰ ਕਿਵੇਂ, ਮਤਲਬ ਮੁਸਲਮਾਨਾਂ ਨੂੰ ਕੀ ਕਰਨਾ ਚਾਹੀਦਾ? ਇਸ ਟਾਈਮ ਇਸਰਾਈਲ ਇੱਕ ਪਾਵਰਫੁਲ ਕੰਟਰੀ, ਉਹਨਾਂ ਕੋਲ ਪੈਸਾ ਹੈ, ਪਾਵਰ ਹੈ, ਬਿਜ਼ਨਸ ਉਹਨਾਂ ਦੇ ਕੋਲ ਬਹੁਤ ਅਗਾਂਹ ਨੇ। ਮੁਸਲਮਾਨ ਕੰਟਰੀਆਂ ਦੀ ਇਕੋਨਮੀ ਤੇ ਉਹਨਾਂ ਦਾ ਕੰਟਰੋਲ ਹੈ। ਇਹ ਜਿਹੜੀ ਅਸੀਂ ਆਨੇ ਨਾ ਉਮਤ ਮੁਸਲਮਾਨ ਜਹਾਦ ਕਰੋ, ਐਂ ਕਰੋ, ਇਹ ਕੁਝ ਵੀ ਨਾ ਕਰਨ, ਕਿਉਂਕਿ ਇਹਨਾਂ ਨੂੰ ਜਿਹੜਾ ਨੇ ਜਕੜੇ ਯਾਰ ਮਣਿਓ, ਉਹਨਾਂ ਜਿਹੜਾ ਨਹੀਂ ਇਹਨਾਂ ਨੂੰ ਫਸਾਇਆ। ਜਿਹੜਾ ਤੁਸੀਂ ਆਦੇ ਮੁਸਲਮਾਨ ਮੁਲਕ ਜਾਣ ਜੰਗ ਕਰਨ, ਇਹ ਜੰਗਾਂ ਕਰਨੇ ਜੋਗੇ ਕੋਈ ਨਹੀਂ। ਤੇ ਨਾ ਹੁਣ ਉਹ ਤਲਵਾਰਾਂ ਵਾਲੀਆਂ, ਪਿਸਤੌਲਾਂ ਵਾਲੀਆਂ, AK-47 ਵਾਲੀਆਂ ਜੰਗਾਂ ਨੇ, ਮਿਜ਼ਾਈਲਾਂ ਦੀਆਂ ਜੰਗਾਂ ਨੇ। ਦਿਮਾਗ ਦੀ ਗੇਮ ਹੈ, ਇੰਟੈਲੀਜੈਂਸੀ ਨਾਲ ਕੰਮ ਕਰਨਾ ਚਾਹੀਦਾ ਹੈ। ਹੁਣ ਜਿਹੜੇ ਮਜ਼ਲੂਮ ਉਹ ਵਿਚਾਰੇ ਫਲਸਤੀਨੀ ਉੱਥੇ ਮਰ ਰਹੇ ਨੇ ਦਿਨ ਬ ਦਿਨ, ਉੱਥੇ ਛੋਟੇ ਛੋਟੇ ਬੱਚੇ ਜਿਨ੍ਹਾਂ ਤੇ ਇਤਨਾ ਜ਼ੁਲਮ ਹੋ ਰਿਹਾ, ਇਹ ਇੰਝ ਕਰਨ ਮੁਸਲਮਾਨ ਮੁਲਕ ਉੱਥੇ ਬੱਸਾਂ ਗੱਲਣ, ਉਹਨਾਂ ਦਾ ਤਰਲਾ ਕਰਨ, ਉੱਥੇ ਬੱਸਾਂ ਗੱਲਣ ਤੇ ਉਹਨਾਂ ਨੂੰ ਆਪਣੇ ਮੁਲਕਾਂ ਵਿੱਚ ਲੈ ਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਣ, ਉਹਨਾਂ ਨੂੰ ਘਰ ਬਣਾ ਕੇ ਦੇਣ, ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇਣ। ਕਿਉਂਕਿ ਜਾਨ ਹੈ ਤੇ ਜਾਨ ਹੈ। ਜ਼ਮੀਨ ਦਾ ਕੀ ਹੈ? ਜ਼ਮੀਨ ਸਾਰੀ ਅੱਲਾਹ ਪਾਕ ਦੀ ਜ਼ਮੀਨ, ਕੋਈ ਗਾਜ਼ਾ ਹੀ ਅੱਲਾਹ ਦਾ ਨਹੀਂ। ਗਾਜ਼ਾ ਉਹਨਾਂ ਨੂੰ ਦੇ ਦੇਣ, 4 ਕਦਮ ਪਿਛਾਂ ਲੈ ਕੇ 12 ਕਦਮ ਅਗਾਂਹ ਜਾਣ, 12 ਕਦਮ ਸੱਟ ਕਰਾਉਣ ਫਿਰ ਬਾਅਦ ਵਿੱਚ। ਕਿਉਂਕਿ ਹਰ ਚੀਜ਼ ਦਾ ਇੱਕ ਟਾਈਮ ਹੁੰਦਾ, ਅਕਲਮੰਦੀ ਨਾਲ ਫੈਸਲਾ ਕਰਨ, ਕਿਉਂਕਿ ਅਕਲਮੰਦੀ ਬਹੁਤ ਵੱਡੀ ਚੀਜ਼ ਹੈ। ਹਜ਼ੂਰ ਪਾਕ ਸੱਲਮ ਜਿਹੜੇ ਹਨ, ਉਹਨਾਂ ਦੀ ਜਾਨ ਨੂੰ ਮੱਕੇ ਦੇ ਵਿੱਚ ਖਤਰਾ ਹੈ। ਮੁਸ਼ਰਿਕੀਨ ਮੱਕਾ ਉਹਨਾਂ ਦੀ ਜਾਨ ਦੇ ਪਿੱਛੇ ਪੈ ਗਏ ਹਨ। ਉਹਨਾਂ ਫਿਰ ਕੀ ਕੀਤਾ? ਉਹਨਾਂ ਹਿਜਰਤ ਕਰਕੇ ਉਹ ਮਦੀਨੇ ਟੁਰ ਗਏ। ਫਿਰ ਉੱਥੋਂ ਪਾਵਰਫੁਲ ਹੋ ਕੇ ਆਏ, ਫਿਰ ਉਹਨਾਂ ਮੱਕੇ ਤੇ ਹਮਲਾ ਕੀਤਾ, ਉਹਨਾਂ ਮੱਕਾ ਲੈ ਲਿਆ। ਬਿਲਕੁਲ ਇਸੇ ਤਰ੍ਹਾਂ ਇੰਟੈਲੀਜੈਂਸ ਇਹ ਹੈ ਕਿ ਉੱਥੋਂ ਸਾਰੇ ਫਲਸਤੀਨੀ ਕੱਢ ਕੇ ਉਹਨਾਂ ਨੂੰ ਆਪਣੇ ਮੁਲਕਾਂ ਹੀ ਲੈ ਕੇ ਉਹਨਾਂ ਨਵੀਂ ਜ਼ਿੰਦਗੀ ਦੇਣ ਤੇ ਵਕਤ ਦਾ ਇੰਤਜ਼ਾਰ ਕਰਨ। ਫਿਰ ਇੱਕ ਦਿਨ ਆਵੇਗਾ ਜਦੋਂ ਇਹ ਗੇਮ ਹੋਵੇਗੀ। ਪਰ ਇਸ ਟਾਈਮ ਇਸਰਾਈਲੀ ਬਹੁਤ ਪਾਵਰਫੁਲ ਨੇ, ਅਮਰੀਕਾ ਉਹਨਾਂ ਦੀ ਮੁੱਠੀ ਵਿੱਚ। ਤਾੜ ਜਿਹੜੀਆਂ ਗੱਲਾਂ ਕਰ ਰਹੇ ਨਾ ਭਾਈ, ਇਹ ਗੌਰਮੈਂਟਾਂ ਵਾਲੀਆਂ ਗੱਲਾਂ, ਇਹ ਤੁਹਾਡੇ ਵਾਲੀਆਂ ਗੱਲਾਂ ਨਹੀਂ। ਤੁਸੀਂ ਗੌਰਮੈਂਟ ਤਾਂ ਇਹ ਗੱਲ ਪੜਾਓ।